ਲੜੀਵਾਰ ਕਥਾ ਰਾਗ ਤਿਲੰਗ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ਪ੍ਰਾਰੰਭ ਹੋ ਰਹੇ ਨੇ, ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਤਿਲੰਗ ਮਹਲਾ ਪਹਿਲਾ, ਕਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਿਲੰਗ ਰਾਗ ਹੈ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਦੂਸਰੇ ਘਰ ਸੁਰ ਤਾਲ ਵਿੱਚ ਸ਼ਬਦ ਨੂੰ ਗਾਇਨ ਕਰਨਾ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜਿਨ ਕੀਆ ਤਿਨ ਦੇਖਿਆ, ਕਿਆ ਕਹੀਐ ਰੇ ਭਾਈ। ਜਿਸ ਨੇ ਸਾਰਾ ਜਗਤ ਕੀਤਾ ਉਹ ਸਾਰਿਆਂ ਨੂੰ ਵੇਖਣ ਵਾਲਾ ਵੀ ਹੈ। ਜੇ ਉਹਨੇ ਪੈਦਾ ਕੀਤਾ ਤੇ ਵੇਖਣ ਦਾ ਮਤਲਬ ਹੁੰਦਾ ਵੀ ਉਹ ਪਾਲਦਾ ਵੀ ਹੈ ਸਾਰਿਆਂ ਨੂੰ, ਤੇ ਜੇ ਉਹ ਪਾਲਣ ਵਾਲਾ ਵੀ ਹੈ ਤਾਂ ਫਿਰ ਸਾਡਾ ਕੀ ਮਤਲਬ ਹੈ ਕਿ ਅਸੀਂ ਉਹਨੂੰ ਆਖੀਏ ਇੰਜ ਨਹੀਂ ਤਾਂ ਇੰਜ ਕਰ। ਉਹ ਸੁਤੰਤਰ ਹੈ, ਆਜ਼ਾਦ ਹਸਤੀ ਹੈ। ਜੋ ਸੁਤੰਤਰ ਹੈ ਔਰ ਆਜ਼ਾਦ ਹਸਤੀ ਦਾ ਮਾਲਕ ਹੈ, ਅਸੀਂ ਉਹਨੂੰ ਕਿਵੇਂ ਆਖੀਏ ਰੱਬਾ ਇੰਜ ਨਹੀਂ ਤਾਂ ਇੰਜ ਕਰ। ਜਦੋਂ ਉਸਨੇ ਕੀਤਾ ਤਾਂ ਉਹਨੂੰ ਫਿਕਰ ਹੈ ਵੀ ਮੇਰੇ ਕੀਤੇ ਹੋਏ ਨੇ, ਮੈਂ ਪਾਲਨੇ ਵੀ ਨੇ, ਮੇਰੇ ਕੀਤੇ ਹੋਏ ਨੇ ਤਾਂ ਮੈਂ ਪਾਲਨੇ ਵੀ ਨੇ। ਫਿਰ ਉਹ ਸਾਡਾ ਗੁਲਾਮ ਨਹੀਂ ਕਿ ਅਸੀਂ ਉਹਨੂੰ ਆਖੀਏ ਏਦਾਂ ਨਹੀਂ ਏਦਾਂ ਕਰ। ਕੌਣ ਵਜੀਦਾ ਕੌਣ ਆਖੇ ਉਸ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ। ਇਸ ਕਰਕੇ ਉਹ ਦਾਤਾ ਸੁਤੰਤਰ ਹੈ, ਸੁਛੰਦ ਹੈ। ਆਪੇ ਜਾਣੈ ਕਰੇ ਆਪ, ਜਿਨ ਵਾੜੀ ਹੈ ਲਾਈ। ਉਹ ਆਪ ਹੀ ਜਾਣਦਾ ਹੈ ਤੇ ਆਪ ਹੀ ਸਾਰਿਆਂ ਨੂੰ ਕਰਨ ਵਾਲਾ, ਬਣਾਉਣ ਵਾਲਾ। ਇਹ ਬਾੜੀ ਹੈ ਜਿਹੜੀ ਸਾਰੇ ਜਗਤ ਦਾ, ਜਿਹੜਾ ਇਹ ਬਗੀਚਾ ਹੈ, ਇਹ ਬਾੜੀ, ਇਹ ਬਗੀਚਾ ਵਾਹਿਗੁਰੂ ਨੇ ਆਪ ਲਾਇਆ ਹੋਇਆ। ਤਾਂ ਹੀ ਤਾਂ ਉਹਨੂੰ ਬਨਵਾਰੀ ਕਹਿੰਦੇ ਨਾ, ਬਨਵਾਰੀ, ਬਨਵਾਰੀਆ। ਇਹ ਸ਼ਬਦ ਪ੍ਰਮਾਤਮਾ ਦਾ ਵਾਚਕ ਨੇ। ਆ ਜਿਹੜਾ ਸੰਸਾਰ ਹੈ ਇਹਦਾ, ਇਸ ਬਗੀਚੇ ਦਾ ਮਾਲਕ ਉਹ ਪ੍ਰਮਾਤਮਾ ਹੈ। ਇਹ ਵਾੜੀ ਪ੍ਰਮਾਤਮਾ ਦੀ ਲਾਈ ਹੋਈ ਆ, ਅਕਾਲ ਪੁਰਖ ਦੀ ਹੈ। ਉਹ ਆਪ ਜਾਣਦਾ ਤੇ ਇਸ ਨੂੰ ਕਰਨ ਵਾਲਾ ਵੀ ਆਪ ਹੈ। ਰਾਇਸਾ ਪਿਆਰੇ ਕਾ ਰਾਇਸਾ, ਜਿਤ ਸਦਾ ਸੁਖ ਹੋਈ। ਮੈਂ ਆਪਣੇ ਪਿਆਰੇ ਨੂੰ ਰਾਇਸਾ, ਰਾਇਸਾ ਦਾ ਮਤਲਬ ਹੁੰਦਾ ਰਾਵਾਂ, ਉਹਦੀ ਸਿਫਤ ਕਰਾਂ। ਰਾਇਸਾ ਪਿਆਰੇ ਕਾ ਰਾਇਸਾ, ਮੈਂ ਆਪਣੇ ਉਸ ਪਿਆਰੇ ਨੂੰ ਰਾਵਾਂ, ਉਹਦੇ ਰਾਵਦਿਆਂ ਰਾਮਦਿਆਂ ਉਹਦੇ ਵਿੱਚ ਰਵ ਜਾਵਾਂ। ਜਿਵੇਂ ਜਿਵੇਂ ਉਹਨੂੰ ਰਾਵਾਂਗੇ, ਭਾਵ ਉਹਦਾ ਨਾਮ ਜਪਾਂਗੇ, ਉਸ ਨੂੰ ਧਿਆਵਾਂਗੇ, ਤਾਂ ਕੀ ਹੋਵੇਗਾ? ਜਿਤ ਸਦਾ ਸੁਖ ਹੋਈ। ਉਹਨੂੰ ਜਪ ਕੇ ਸਦਾ ਲਈ ਸੁਖ ਪ੍ਰਾਪਤ ਹੋਵੇਗਾ। ਉਸ ਨੂੰ ਰਾਵ ਕੇ, ਧਿਆ ਕੇ ਭਾਈ ਫਿਰ ਸਦਾ ਲਈ ਸੁਖ ਪ੍ਰਾਪਤ ਹੋਵੇਗਾ। ਰਹਾਉ ਜਿਨ ਰੰਗ ਕੰਤ ਨਾ ਰਾਵਿਆ, ਸਾ ਪਛੋ ਰੇ ਤਾਣੀ। ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਹਨੂੰ ਨਹੀਂ ਜਪਿਆ, ਭਾਈ ਉਹਨੂੰ ਬਾਅਦ ਵਿੱਚ ਪਛਤਾਣਾ ਹੀ ਪਏਗਾ। ਜਦੋਂ ਜ਼ਿੰਦਗੀ ਲੰਘ ਗਈ ਨਾ, ਫਿਰ ਉਹਦੇ ਪੱਲੇ ਕੇਵਲ ਪਛਤਾਵਾ ਹੀ ਰਹਿ ਜਾਣਾ ਵੀ ਮੈਂ ਉਸ ਰੱਬ ਨੂੰ ਰਾਵਿਆ ਕਿਉਂ ਨਹੀਂ, ਮੈਂ ਉਸ ਸਾਹਿਬ ਦਾ ਚਿੰਤਨ ਕਿਉਂ ਨਹੀਂ ਕੀਤਾ। ਫਿਰ ਕੇਵਲ ਬਾਅਦ ਵਿੱਚ ਪਛਤਾਵਾ ਹੀ ਬਾਕੀ ਰਹਿ ਜਾਂਦਾ ਹੈ। ਹਾਥ ਪਛੋੜੈ ਸਿਰ ਧੁਣੈ, ਜਬ ਰਹਿਣ ਵਿਹਾਣੀ। ਜਦੋਂ ਉਮਰ ਲੰਘ ਗਈ ਫਿਰ ਹੱਥ ਮਰੋੜਦਾ, ਪਛਾੜਦਾ, ਸਿਰ ਧੁੰਨਦਾ। ਉਹ ਲੰਘ ਗਿਆ ਸਮਾਂ, ਪਤਾ ਹੀ ਨਹੀਂ ਲੱਗਾ।
ਲੰਘ ਗਿਆ ਵੇਲਾ, ਸਾਰੀ ਜ਼ਿੰਦਗੀ ਲੰਘ ਗਈ, ਫਿਰ ਤਾਂ ਬਸ ਹੱਥ ਪਛਾੜਦਾ, ਸਿਰ ਧੁੰਨਦਾ, ਪਰ ਫਿਰ ਕੋਈ ਜ਼ੋਰ ਨਹੀਂ, ਕਿਉਂਕਿ ਹੁਣ ਤਾਂ ਉਮਰ ਨਹੀਂ ਰਹੀ, ਸਵਾਸ ਨਹੀਂ ਰਹੇ। ਜਦੋਂ ਸੀਗੇ ਉਦੋਂ ਰਾਵਿਆ ਨਹੀਂ, ਜਦੋਂ ਲੰਘ ਗਈ ਜ਼ਿੰਦਗੀ ਫਿਰ ਹੱਥ ਪਛਾੜਦਾ, ਸਿਰ ਧੁੰਨਦਾ, ਜਦੋਂ ਉਮਰਾਂ ਰੂਪੀ ਰੈਣ ਗੁਜ਼ਰ ਜਾਂਦੀ ਹੈ। ਪਛੋਤਾਵਾ ਨਾ ਮਿਲੈ ਜਬ ਚੂਕੇਗੀ ਸਾਰੀ। ਕਹਿੰਦੇ ਜਦੋਂ ਸਾਰੀ ਜ਼ਿੰਦਗੀ ਲੰਘ ਗਈ ਫਿਰ ਪਛਤਾਵਾ ਕੀਤਿਆਂ ਨਹੀਂ ਕੁਝ ਹਾਸਲ ਹੋਣਾ। ਜੇ ਆਖੇ ਵੀ ਹੁਣ ਪਛਤਾਵਾ ਕਰਕੇ ਕੁਝ ਮਿਲ ਜਾਣਾ, ਫਿਰ ਨਹੀਂ ਕੁਝ ਹਾਸਲ ਹੋਣਾ। ਹੁਣ ਪਛਤਾਵਾ ਕੀਤਿਆਂ ਕੁਝ ਨਹੀਂ ਮਿਲਣਾ। ਜਦੋਂ ਸਾਰੀ ਚੁੱਕੀ ਗਈ, ਯਾਨੀ ਕਿ ਜਦੋਂ ਨਰਦ ਪੱਕ ਕੇ ਮਾਰੀ ਗਈ ਨਾ, ਤੇ ਫਿਰ ਉਹਦੇ ਮਰਨ ਤੋਂ ਬਾਅਦ ਪਛਤਾਵੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਤਾਂ ਫਿਰ ਪਿਆਰਾ ਰਾਵੀਐ ਜਬ ਆਵੇਗੀ ਵਾਰੀ। ਹੁਣ ਤਾਂ ਭਾਈ ਉਡੀਕ ਕਰ ਵੀ ਦੁਬਾਰਾ ਕਦੋਂ ਤੈਨੂੰ ਦੁਬਾਰਾ ਮਨੁੱਖਾ ਜਨਮ ਮਿਲੇ, ਕਦੋਂ ਵਾਰੀ ਆਵੇ ਤੇ ਤੂੰ ਫਿਰ ਰੱਬ ਨੂੰ ਅਰਾਧੇ। ਕਿਉਂਕਿ ਹੁਣ ਤਾਂ ਗਈ ਵਾਰੀ, ਹੁਣ ਤਾਂ ਲੰਘ ਗਿਆ ਜਨਮ, ਪਛਤਾਵਾ ਹੀ ਕਰਦੇ ਆ। ਜਦੋਂ ਉਮਰ ਲੰਘ ਗਈ ਪਛਤਾ। ਹੁਣ ਕਹੇ ਵੀ ਮੈਨੂੰ ਰੱਬ ਨੂੰ ਮੈਂ ਅਰਾਧਣਾ ਸੀ ਜੀ, ਕਹਿੰਦੇ ਹੁਣ ਤਾਂ ਵੀ ਵਾਰੀ ਦੀ ਉਡੀਕ ਕਰ, ਖਬਰੇ ਕਿੰਨੀਆਂ ਜੂਨੀਆਂ ਵਿੱਚ ਭਟਕਣਾ ਪਵੇ ਤੇ ਦੁਬਾਰਾ ਤੈਨੂੰ ਮਨੁੱਖਾ ਜਨਮ ਮਿਲੇ। ਪਾਤਸ਼ਾਹ ਬੜਾ ਸਪਸ਼ਟ ਕਰਦੇ ਗੁਰੂ ਨਾਨਕ ਸਾਹਿਬ, ਤਾਂ ਫਿਰ ਪਿਆਰਾ ਰਾਵੀਐ ਜਬ ਆਵੇਗੀ ਵਾਰੀ। ਹੁਣ ਜਦੋਂ ਦੁਬਾਰਾ ਵਾਰੀ ਆਉਣੀ ਆ ਉਦੋਂ ਰਾਵੇਂਗਾ ਪਰਮੇਸ਼ਰ ਨੂੰ। ਖਬਰੇ ਹੁਣ ਦੁਬਾਰਾ ਆਵੇ ਕਿ ਨਾ ਆਵੇ ਵਾਰੀ। ਕਿੰਨਾ ਲੰਮਾ ਸਮਾਂ, ਕਿੰਨੀਆਂ ਜੂਨੀਆਂ 'ਚ ਹੁਣ ਭਟਕਣਾ ਪਵੇ। ਇਸ ਕਰਕੇ ਸੱਜਣਾ, ਤੈਨੂੰ ਪਛਤਾਵੇ ਨੂੰ ਕਰਨਾ ਪਵੇ ਉਹਦੇ ਤੋਂ ਪਹਿਲਾਂ ਜਿੰਨੀ ਦੇਰ ਤੱਕ ਤੇਰੇ ਕੋਲੇ ਜ਼ਿੰਦਗੀ ਹੈ, ਤੂੰ ਪਰਮੇਸ਼ਰ ਨੂੰ ਰਾਵ, ਉਸ ਦਾ ਨਾਮ ਜਪ। ਉੱਤੇ ਕਹਿ ਆਏ ਨੇ ਰਾਇਸਾ ਪਿਆਰੇ ਕਾ ਰਾਇਸਾ। ਹਾਂਜੀ, ਕੰਤ ਲਿਆ ਸੁਹਾਗਣੀ ਮੈਂ ਤੇ ਵਧ ਵੀ ਇਹ। ਕਹਿੰਦੇ ਜਿਨ੍ਹਾਂ ਸੁਹਾਗਣਾ ਨੇ ਉਸ ਰੱਬ ਨੂੰ ਪ੍ਰਾਪਤ ਕਰ ਲਿਆ, ਉਹ ਮੇਰੇ ਤੋਂ ਵੱਡੀਆਂ ਨੇ। ਮੈਂ ਤੇ ਵੱਧ ਵੀ, ਮੇਰੇ ਤੋਂ ਵੱਧ ਭਾਗਾਂ ਵਾਲੀਆਂ ਤਾਂ ਉਹ ਨੇ ਜਿਨ੍ਹਾਂ ਨੇ ਮੇਰੇ ਸਾਹਿਬ ਨੂੰ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਸੇ ਗੁਣ ਮੁਝੇ ਨ ਆਵਨੀ ਕਹਿ ਜੀ ਦੋਸ਼ ਧਰੇ। ਉਹ ਜਿਨ੍ਹਾਂ ਨੇ ਰਾਵਿਆ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਉਹਨਾਂ 'ਚ ਸ਼ੁਭ ਗੁਣ ਸੀ, ਉਹ ਮੇਰੇ 'ਚ ਹੈ ਨਹੀਂ। ਮੇਰੇ 'ਚ ਜੇ ਗੁਣ ਹੀ ਨਹੀਂ ਕਿ ਮੈਂ ਉਸ ਰੱਬ ਨੂੰ ਪ੍ਰਾਪਤ ਕਰ ਸਕਾਂ ਉਹਨਾਂ ਗੁਣਾ ਕਰਕੇ, ਤੇ ਕਹਿੰਦੇ ਫਿਰ ਮੈਂ ਹੁਣ ਦੋਸ਼ ਕਿਹਨੂੰ ਲਾਵਾਂ। ਕਹਿ ਜੀ ਦੋਸ਼ ਧਰਿਓ, ਮੇਰੀ ਗਲਤੀ ਤਾਂ ਮੇਰੀ ਆਪਣੀ ਆ, ਗੁਣ ਮੇਰੇ 'ਚ ਕੋਈ ਨਹੀਂ, ਤੇ ਮੈਂ ਹੁਣ ਦੋਸ਼ ਲਾਵਾਂ ਕਿ ਰੱਬ ਨਹੀਂ ਮੈਨੂੰ ਮਿਲਿਆ। ਉਹਨੂੰ ਕਿਉਂ ਮਿਲ ਗਿਆ? ਉਹਦੇ ਵਾਲੇ ਗੁਣ ਹੀ ਨਹੀਂ ਸਨ ਮੇਰੇ ਵਿੱਚ। ਤੇ ਕਹਿੰਦੇ ਹੁਣ ਮੈਂ ਕਿਹਦੇ 'ਚ ਦੋਸ਼ ਲਾਵਾਂ? ਜਿੰਨੀ ਸਖੀ ਸੋਹਰਾਵਿਆ ਤਿਨ ਪੁੱਛੋਂਗੀ ਜਾਏ। ਕਹਿੰਦੇ ਹੁਣ ਤਾਂ ਮੇਰੇ ਕੋਲ ਇੱਕੋ ਤਰੀਕਾ ਵੀ ਜਿਨ੍ਹਾਂ ਨੇ ਉਸ ਰੱਬ ਨੂੰ ਰਾਵਿਆ, ਪ੍ਰਾਪਤ ਕੀਤਾ, ਉਹਦੇ ਗੁਣ ਗਾਇਨ ਕੀਤੇ ਨੇ, ਮੈਂ ਤਾਂ ਹੁਣ ਉਹਨਾਂ ਕੋਲ ਜਾ ਕੇ ਪੁੱਛਾਂਗੀ, ਮਹਾਰਾਜ ਤੁਸੀਂ ਦੱਸੋ ਤੁਸੀਂ ਕਿਵੇਂ ਮਿਲੀਆਂ ਉਸ ਵਾਹਿਗੁਰੂ ਨੂੰ? ਉਸ ਰੱਬ ਦੇ ਘਰ ਨੂੰ ਜਾਣ ਵਾਸਤੇ ਕਿਹੜਾ ਰਸਤਾ ਹੈ? ਉਹਨਾਂ ਨੂੰ ਜਾ ਕੇ ਪੁੱਛਾਂਗੀ। ਪਾਏ ਲੱਗੋ ਬੇਨਤੀ ਕਰੋ ਲਿਆਉਂਗੀ ਪੰਥ ਬਤਾਏ। ਪਰ ਉਹ ਰੱਬ ਦੇ ਪਿਆਰਿਓ ਬੇਪਰਵਾਹ ਨਾ ਬੋਲਣੀ। ਉਹ ਬੋਲਦੇ ਹੀ ਨਹੀਂ ਅੱਗੋਂ, ਜਦੋਂ ਪੁੱਛੀਏ ਉਹ ਬੇਪਰਵਾਹ ਨੇ। ਕਹਿੰਦੇ ਫਿਰ ਕੀ ਕਰਾਂ? ਕਹਿੰਦੇ ਉਹਨਾਂ ਦੇ ਪੈਰੀਂ ਲੱਗਾਂਗੇ, ਚਰਨ ਫੜਾਂਗੇ ਔਰ ਬੇਨਤੀਆਂ ਕਰਾਂਗੇ। ਆਖੀਰ ਉਦੋਂ ਤੱਕ ਉਹਨਾਂ ਦੇ ਚਰਨ ਨਾ ਛੱਡਾਂਗੇ ਜਦੋਂ ਤੱਕ ਮੈਂ ਉਹਨਾਂ ਕੋਲੋਂ ਰੱਬ ਦੇ ਘਰ ਦਾ ਰਸਤਾ ਪੁੱਛ ਨਹੀਂ ਲੈਂਦੀ। ਆਖੀਰ ਮੈਂ ਕਹਾ ਲਵਾਂਗੀ, ਲਿਆਉਂਗੀ ਪੰਥ, ਕਹਾ ਲਵਾਂਗੀ ਉਹਨਾਂ ਕੋਲੋਂ ਉਹ ਰੱਬ ਦੇ ਘਰ ਦਾ ਮਾਰਗ ਉਹਨਾਂ ਨੂੰ ਦੱਸਣਾ ਹੀ ਪਵੇਗਾ। ਜਦੋਂ ਮੈਂ ਛੱਡਣਾ ਹੀ ਨਹੀਂ ਚਰਨ ਉਹਨਾਂ ਦੇ, ਬੇਨਤੀ ਕਰਾਂਗੀ। ਹਾਂਜੀ, ਹੁਕਮ ਪਛਾਣੈ ਨਾਨਕਾ ਕੋ ਚੰਦਨ ਲਾਵੇ। ਫਿਰ ਜਦੋਂ ਉਹਨਾਂ ਦੇ ਚਰਨ ਫੜੇ ਤੇ ਫਿਰ ਉਹਨਾਂ ਦੱਸਿਆ, ਉਹਨਾਂ ਆਖਿਆ ਰੀ ਸਖੀਏ ਸੁਣ, ਸਭ ਤੋਂ ਪਹਿਲਾਂ ਪਰਮੇਸ਼ਰ ਦੇ ਹੁਕਮ ਦੀ ਪਛਾਣ ਕਰੋ। ਉਹਦਾ ਹੁਕਮ ਕੀ ਹੈ? ਉਹਨਾਂ ਰਾਹ ਦੱਸਿਆ।
ਕੀ ਦੱਸਿਆ? ਹੁਕਮ ਪਛਾਣੋ, ਸਾਹਿਬ ਦੇ ਘਰ ਦਾ ਹੁਕਮ ਪਛਾਣੋ, ਔਰ ਸਤਿਗੁਰਾਂ ਦੇ ਡਰ ਦਾ, ਪਰਮੇਸ਼ਰ ਦੇ ਭਉ ਦਾ ਚੰਦਨ ਲਾ ਆਪਣੇ ਤੇ, ਸੁਗੰਧੀ ਆਵੇ ਤੇਰੇ ਤੋਂ। ਬਦਬੂ ਨਾਲ ਭਰੀਏ ਹੋਈਏ, ਔਗਣਾਂ ਦੀ ਮੁਸ਼ਕ ਵੀ ਆਉਂਦੀ ਆ ਤੇਰੇ ਤੋਂ। ਇਹਨਾਂ ਨੂੰ ਛੱਡਣ ਵਾਸਤੇ ਪਹਿਲਾਂ ਪਰਮੇਸ਼ਰ ਦੇ ਡਰ ਦਾ ਚੰਦਨ ਮਾਲਾ, ਪਰਮੇਸ਼ਰ ਦੇ ਭਉ ਦਾ ਇਹ ਚੰਦਨ ਦੀ ਸੁਗੰਧੀ ਤੇਰੇ ਵਿੱਚੋਂ ਆਵੇ। ਗੁਣ ਕਾਮਣ ਕਾਮਣ ਕਰੈ, ਤੂੰ ਪਿਆਰੇ ਕੋ ਪਾਵੈ। ਹੇ ਕਾਮਣੇ, ਜਗਿਆਸੂਏ, ਜੀਵ ਰੂਪੀ ਇਸਤਰੀਏ, ਟੂਣਾ ਕਰ ਰੱਬ ਤੇ ਟੂਣਾ। ਕਹਿੰਦੇ ਵੀ ਰੱਬ ਤੇ ਵੀ ਟੂਣਾ ਚੱਲਦਾ? ਕਹਿੰਦੇ ਹਾਂ, ਉਹਦੇ ਤੇ ਟੂਣਾ ਚੱਲਦਾ ਗੁਣਾਂ ਦਾ। ਗੁਣ ਕਾਮਣ ਕਾਮਣ ਕਰੇ, ਸ਼ੁਭ ਗੁਣਾਂ ਨੂੰ ਧਾਰਨ ਕਰੇ, ਟੂਣਾ ਚੱਲਦਾ ਉਹਦੇ ਤੇ। ਸ਼ੁਭ ਗੁਣਾਂ ਦੇ ਸਹਿਤ ਜਦੋਂ ਤੂੰ ਹੋਵੇਂਗੀ, ਉਹਦੇ ਤੇ ਟੂਣਾ ਚੱਲਣਾ, ਉਹਨੇ ਤੇਰੇ ਵਾਸ ਆ ਜਾਣਾ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਨਿਵਣ ਸੋ ਅੱਖਰ ਖਬਣ ਗੁਣ, ਜਿਹਵਾ ਮਣੀਆਂ ਮੰਤ। ਇਹ ਗੁਣਾਂ ਦਾ ਟਾਮਣ ਟੂਣਾ ਕਰ ਉਹਦੇ ਤੇ, ਤੋ ਪਿਆਰੇ ਕੋ ਪਾਵੈ, ਤਾਂ ਤੂੰ ਉਸ ਪਿਆਰੇ ਨੂੰ ਪਾਵੇਂਗੀ, ਉਸ ਨੂੰ ਪ੍ਰਾਪਤ ਕਰੇਂਗੀ। ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਏ ਰੇ ਸੋਈ। ਜਿਨ੍ਹਾਂ ਦਾ ਦਿਲ ਮਿਲਿਆ ਹੋਇਆ ਨਾ, ਉਹੀ ਮਿਲੇ ਹੋਏ ਨੇ। ਸਰੀਰਾਂ ਦਾ ਮੇਲਾ ਮੇਲਾ ਨਹੀਂ, ਮੇਲਾ ਤਾਂ ਦਿਲਾਂ ਦਾ ਹੁੰਦਾ ਹੈ। ਜਿਨ੍ਹਾਂ ਦਾ ਦਿਲ ਉਸ ਵਾਹਿਗੁਰੂ ਨਾਲ ਮਿਲਿਆ ਹੋਇਆ, ਉਹੀ ਅਸਲ ਵਿੱਚ ਉਹਦੇ ਨਾਲ ਮਿਲਿਆ ਹੋਇਆ ਕਿਹਾ ਜਾਂਦਾ ਹੈ। ਜੇ ਬੋ ਤੇਰਾ ਲੋਚੀਐ, ਬਾਤੀ ਮੇਲ ਨਾ ਹੋਈ। ਉਦਾਂ ਜੇ ਆਪਣੇ ਮਨ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਇੱਛਾ ਰੱਖੇ ਤੇ ਗੱਲਾਂ ਬਾਤਾਂ ਨਾਲ ਹੀ ਮਿਲਣਾ ਚਾਹੇ, ਤੇ ਗੱਲਾਂ ਨਾਲ ਨਹੀਂ ਜੇ ਮਿਲਦਾ। ਜੇ ਗੱਲਾਂ ਨਾਲ ਹੀ ਜੇ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਆ, ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ, ਤੇ ਉਹਦੀ ਪ੍ਰਾਪਤੀ ਲਈ ਕੋਈ ਯਤਨ ਕਰੀਏ ਹੀ ਨਾ, ਤੇ ਗੱਲਾਂ ਹੀ ਕਰੀ ਜਾਈਏ, ਤੇ ਪਾਤਸ਼ਾਹ ਕਹਿੰਦੇ ਬਾਤੀ ਮੇਲ ਨਾ ਹੋਈ। ਗੱਲਾਂ ਦੇ ਨਾਲ ਨਹੀਂ ਮੇਲ ਹੁੰਦਾ। ਧਾਤ ਮਿਲੈ ਫੁਨ ਧਾਤ ਕੋ, ਲਿਵ ਲਿਵੈ ਕੋ ਧਾਵੈ। ਜਿਵੇਂ ਕੋਈ ਧਾਤ ਧਾਤ ਨਾਲ ਮਿਲ ਕੇ ਇੱਕ ਹੋ ਜਾਂਦੀ ਹੈ ਨਾ। ਸੋਨਾ ਹੁੰਦਾ, ਕੁਠਾਲੀ ਚ ਪਾ ਦਿਓ, ਉਹ ਸਾਰਾ ਇਕੱਠਾ ਹੋ ਕੇ ਇੱਕ ਧਾਤ ਚ ਮਿਲ ਜਾਂਦਾ। ਇਸੇ ਤਰ੍ਹਾਂ ਜਿਹੜਾ ਪਿਆਰ ਹੈ, ਉਹ ਲਿਵ ਲਿਵੈ ਕੋ ਮਤਲਬ ਹੁੰਦਾ ਲਿਵ, ਪ੍ਰੇਮ, ਪਿਆਰ। ਇਹੀ ਪਿਆਰ ਉਸ ਪਰਮੇਸ਼ਰ ਵੱਲ ਖਿੱਚ ਕੇ ਲੈ ਕੇ ਜਾਂਦਾ, ਕਿਉਂਕਿ ਪਰਮਾਤਮਾ ਦਾ ਸਰੂਪ ਵੀ ਪਿਆਰ ਹੀ ਹੈ, ਪ੍ਰੇਮ ਹੀ ਹੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰੇਮ ਹੈ, ਉਹ ਪ੍ਰੇਮ ਹੀ ਉਸ ਪਿਆਰੇ ਵੱਲ ਖਿੱਚ ਕੇ ਲੈ ਕੇ ਜਾਂਦਾ ਹੈ। ਜਿਵੇਂ ਧਾਤ ਨੂੰ ਧਾਤ ਲੈ ਕੇ ਮੇਲ ਲੈਂਦੀ ਆਪਣੇ 'ਚ, ਏਦਾਂ ਪਰਮਾਤਮਾ ਪ੍ਰੇਮ ਹੈ, ਔਰ ਜਿਨ੍ਹਾਂ ਦੇ ਹਿਰਦਿਆਂ 'ਚ ਉਹਦਾ ਪ੍ਰੇਮ ਹੈ, ਉਹਨਾਂ ਨੂੰ ਹੀ ਉਹ ਆਪਣੇ ਵੱਲ ਖਿੱਚ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰ ਪ੍ਰਸਾਦੀ ਜਾਣੀਐ, ਤੋ ਅਨਭਉ ਪਾਵੈ। ਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ, ਤਾਂ ਤੈਨੂੰ ਅਨੁਭਵ ਪ੍ਰਕਾਸ਼ ਦੀ ਪ੍ਰਾਪਤੀ ਹੋਵੇਗੀ। ਪਾਨਾ ਵਾੜੀ ਹੋਏ ਘਰ, ਖਾਰ ਸਾਰ ਨਾ ਜਾਣੈ। ਘਰ ਦੇ ਵਿੱਚ ਪਾਨਾਂ ਦਾ ਬਗੀਚਾ ਹੋਵੇ, ਪਾਨ ਲੱਗੇ ਹੁਣ, ਪਾਨਾਂ ਦਾ ਬਗੀਚਾ ਹੋਵੇ, ਪਰ ਜਿਹੜਾ ਗਧਾ ਹੁੰਦਾ ਉਹਨੂੰ ਸਾਰ ਨਹੀਂ ਹੁੰਦੀ ਉਹਦੀ। ਕਹਿੰਦੇ ਉਹ ਹਾਲਤ ਮਨਮੁਖ ਦੀ ਹੈ ਕਿ ਘਰ ਵਿੱਚ ਸਭ ਕੁਝ ਹੈ, ਪਰ ਮਨਮੁਖ ਨੂੰ ਗਧੇ ਵਾਂਗੂ ਉਹਦੀ ਸਾਰ ਨਹੀਂ ਹੈ। ਹਾਂਜੀ। ਰਸੀਆ ਹੋਵੇ ਮੁਸ਼ਕ ਕਾ, ਤਬ ਫੂਲ ਪਛਾਣੈ। ਜਿਹੜਾ ਸੁਗੰਧੀ ਦਾ ਰਸੀਆ ਹੁੰਦਾ ਨਾ, ਜਿਹਨੇ ਸੁਗੰਧੀਆਂ ਦਾ ਰਸ ਲਿਆ ਹੋਵੇ, ਉਹ ਜਦੋਂ ਕੋਈ ਫੁੱਲ ਦੀ ਸੁਗੰਧੀ ਆਉਂਦੀ ਤੇ ਪਛਾਣ ਲੈਂਦਾ ਵੀ ਇਹ ਫਲਾਣੇ ਫੁੱਲ ਦੀ ਸੁਗੰਧੀ ਹੈ। ਜਿਹਨੂੰ ਪਤਾ ਹੋਵੇ ਵੀ ਇਹ ਗੇਂਦੇ ਦੀ, ਜਿਹਨੇ ਕਦੇ ਸੁਗੰਧੀ ਲਈ ਨਹੀਂ ਫੁੱਲਾਂ ਦੀ, ਉਹਨੂੰ ਕੀ ਪਤਾ ਵੀ ਇਹ ਗੇਂਦੇ ਦੇ ਫੁੱਲ ਦੀ ਸੁਗੰਧੀ ਹੈ, ਇਹ ਗੁਲਾਬ ਦੀ ਹੈ, ਇਹ ਚਮੇਲੀ ਦੀ ਹੈ, ਇਹ ਰਾਤ ਦੀ ਰਾਣੀ ਦੀ ਹੈ, ਇਹ ਗੁਲਦੌਦੀ ਦੀ ਹੈ। ਉਹਨੂੰ ਕਿਆ ਪਤਾ, ਜਿਹਨੇ ਕਦੇ ਸੁਗੰਧੀ ਲਈ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਆਤਮ ਰਸ ਦੀ ਸੁਗੰਧੀ ਨੂੰ ਜਾਣਦੇ ਨੇ ਨਾ, ਵੀ ਆਤਮਾ ਦੀ ਰਸ ਦੀ ਸੁਗੰਧੀ ਕੀ ਹੁੰਦੀ ਹੈ, ਉਹਨਾਂ ਨੂੰ ਗੁਰੂ ਕੀ ਬਾਣੀ ਦੀ ਕਦਰ ਹੁੰਦੀ ਹੈ।
ਉਹਨਾਂ ਨੂੰ ਇਹ ਕਦਰ ਹੁੰਦੀ ਵੀ ਮੇਰੇ ਸਾਹਿਬ ਦੀ ਬਾਣੀ 'ਚ ਕਿਤਨਾ ਆਤਮਿਕ ਆਨੰਦ ਹੈ। ਜਿਹਨੇ ਕਦੇ ਆਤਮ ਰਸ ਦਾ ਆਨੰਦ ਜਾਣਿਆ ਹੀ ਨਹੀਂ, ਉਹਨੂੰ ਕੀ ਪਤਾ ਸਤਿਗੁਰਾਂ ਦੀ ਬਾਣੀ ਦੀ ਅਹਿਮੀਅਤ ਕੀ ਹੈ। ਹਾਂਜੀ, ਆਪਿਓ ਪੀਵੈ ਜੋ ਨਾਨਕਾ ਬ੍ਰਹਮ ਬ੍ਰਹਮ ਸਮਾਵੈ। ਕਹਿੰਦੇ ਭਾਈ ਜਿਹੜੇ ਇਸ ਨਾਮ ਦੇ ਅੰਮ੍ਰਿਤ ਨੂੰ ਪੀ ਲੈਂਦੇ ਹਨ, ਆਖੀਰ ਨੂੰ ਉਹ ਭਰਮ ਭਰਮ ਕੇ ਆਲੇ ਦੁਆਲਿਓਂ ਉੱਥੇ ਆ ਕੇ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਹਨ। ਸਹਿਜੇ ਸਹਿਜੇ ਮਿਲ ਰਹਿ ਅਮਰਾ ਪਦ ਪਾਵੈ। ਫਿਰ ਉਹ ਸਹਿਜੇ ਹੀ ਉਸ ਸਹਿਜ ਸਰੂਪ ਵਿੱਚ ਮਿਲ ਜਾਂਦੇ ਨੇ ਔਰ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਨੂੰ ਅਮਰ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਵਿਚਾਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।